Good morning, students. Today we are going to discuss about the next chapter, that is the chapter number 6, social responsibilities of business and business ethics. As per the syllabus, business ethics topic is deleted. So we will study only about the social responsibilities of business. Now what is social responsibility? ਸੋਸ਼ਲ ਦਾ ਮਤਲਬ ਸਾਰਿਆਂ ਨੂੰ ਪਤਾ ਹੈ, ਜਿਹੜਾ ਸੋਸਾਇਟੀ ਤੋਂ ਸਮਾਜ ਤੋਂ ਰਿਲੇਟਡ ਹੁੰਦਾ ਆ, ਦੈਟ ਇਜ਼ ਸੋਸ਼ਲ। ਐਂਡ ਰਿਸਪੌਂਸਿਬਿਲਿਟੀ ਦਾ ਮਤਲਬ ਹੁੰਦਾ ਹੈ ਜ਼ਿੰਮੇਦਾਰੀ। ਸੋ ਸੋਸਾਇਟੀ ਦੇ ਰਿਗਾਰਡਿੰਗ ਬਿਜ਼ਨਸਮੈਨ ਦੀ ਜਿਹੜੀ ਰਿਸਪੌਂਸਿਬਿਲਿਟੀ ਬਣਦੀ ਆ, ਉਹਨੂੰ ਆਪਾਂ ਸੋਸ਼ਲ ਰਿਸਪੌਂਸਿਬਿਲਿਟੀ ਬੋਲਦੇ ਹਾਂ। नो बिजनेस कैन सर्वाइव विदाउट द सपोर्ट ऑफ सोसाइटी। कोई भी बिजनेसमैन इदा का नहीं आ जिहड़ा कि सोसाइटी की हैल्प तो बिना अपने बिजनेस नूं लंबे टाइम तक कैरी आउट कर पाए। इस करके कुछ ना कुछ रिस्पॉन्सिबिलिटीज़ इदा दियां हुंदियां आ जिहड़ी कि हर एक बिजनेस नूं फुलफिल करनी पैंदियां आ। Social responsibility means the obligation of the businessman which are desirable in the terms of the objective and values of our society। Means ਜਿਹੜੀਆਂ ਕਿ ਇੱਕ ਤਰ੍ਹਾਂ ਦਾ ਸੋਸਾਇਟੀ ਇੱਕ ਆਪਣੇ ਐਕਸਪੈਕਟ ਕਰਦੀ ਹੈ ਬਿਜ਼ਨਸਮੈਨ ਤੋਂ ਕਿ ਬਿਜ਼ਨਸ ਜਿਹੜਾ ਆ ਸਾਡੀ ਸੋਸਾਇਟੀ ਲਈ ਇਹ ਕੰਮ ਕਰਨਗੇ ਐਜ਼ ਅ ਸੋਸ਼ਲ ਸਰਵਿਸ। ਸੋ ਉਹ ਇੱਕ ਬਿਜ਼ਨਸਮੈਨ ਲਈ ਇੱਕ ਤਰ੍ਹਾਂ ਦਾ ਕਹਿ ਲਓ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਜਾਂ ਰੋਲ ਹੁੰਦਾ ਆ ਜਿਹੜਾ ਉਹਨਾਂ ਨੂੰ ਪੂਰਾ ਕਰਨਾ ਹੀ ਪੈਂਦਾ ਆ, ਅਦਰਵਾਈਜ਼ ਉਹਨਾਂ ਦਾ ਬਿਜ਼ਨਸ ਲੌਂਗ ਟਾਈਮ ਤੱਕ ਸਰਵਾਈਵ ਨਹੀਂ ਕਰੇਗਾ। Now there are some arguments for the social responsibilities. The first is existence and growth. Argument ਦਾ ਮਤਲਬ ਕਿ ਬਿਜ਼ਨਸਮੈਨ ਲਈ ਸੋਸ਼ਲ ਰਿਸਪੌਂਸਿਬਿਲਿਟੀ ਜਿਹੜਾ ਆ ਕਰਨਾ ਕਿਉਂ ਜ਼ਰੂਰੀ ਆ, ਕਿਉਂ ਉਹਨਾਂ ਨੂੰ ਸੋਸਾਇਟੀ ਦੇ ਰਿਗਾਰਡਿੰਗ ਰਿਸਪੌਂਸੀਬਲ ਹੋਣਾ ਚਾਹੀਦਾ ਆ, ਕਿਉਂ ਉਹਨਾਂ ਦੇ ਟੂਵਰਡਸ ਇੰਨੀ ਸਾਰੀ ਐਕਟੀਵਿਟੀਜ਼ ਕਰਦੇ ਆ। ਦ ਫਰਸਟ ਇਜ਼ ਐਗਜ਼ਿਸਟੈਂਸ ਐਂਡ ਗਰੋਥ, ਕਿਉਂਕਿ ਅਗਰ ਕੋਈ ਵੀ ਬਿਜ਼ਨਸ ਸੋਸਾਇਟੀ ਦੀ ਹੈਲਪ ਕਰੇਗਾ ਦੈਨ ਉਹ ਐਗਜ਼ਿਸਟ ਵੀ ਤਾਂ ਹੀ ਕਰੇਗਾ ਐਂਡ ਉਹਦੀ ਗਰੋਥ ਵੀ ਤਾਂ ਹੀ ਹੋਏਗੀ। So prosperity and the growth of business is possible only through rendering continuous service to the society। अगर कोई business society बारे सोच रहा है ਤਾਂ ਹੀ ਉਹ ਆਪਣੀ ਬਿਜ਼ਨਸ ਨੂੰ ਲੌਂਗ ਟਾਈਮ ਤੱਕ ਮਾਰਕੀਟ ਵਿੱਚ ਐਗਜ਼ਿਸਟ ਕਰ ਸਕਦਾ ਆ, ਤਾਂ ਹੀ ਉਹ ਗਰੋ ਅਪ ਕਰ ਸਕਦਾ ਆ। Next is long-term interest of the firm. A firm and its image stands to gain more profit in the long run when it accepts service as the highest goal। ਜਦੋਂ ਇੱਕ ਬਿਜ਼ਨਸ ਐਕਸੈਪਟ ਕਰ ਲੈਂਦਾ ਆ ਕਿ ਹਾਂ ਮੇਰਾ ਹੁਣ ਮਕਸਦ ਹੀ ਇਹੀ ਆ, ਮੇਰਾ ਆਬਜੈਕਟਿਵ ਹੀ ਇਹੀ ਆ ਕਿ ਸੁਸਾਇਟੀ ਨੂੰ ਆਪਾਂ ਸਰਵਿਸ ਰੈਂਡਰ ਕਰਨੀ ਆ, ਦੈਨ ਤਾਂ ਹੀ ਉਹ ਫਿਰ ਆਪਣਾ ਵੱਧ ਤੋਂ ਵੱਧ ਪ੍ਰੋਫਿਟ ਜਿਹੜਾ ਆ ਅਰਨ ਕਰ ਪਾਉਂਦਾ ਆ, ਅਦਰਵਾਈਜ਼ ਨੋਟ। ਥਰਡ ਇਜ਼ ਅਵੋਇਡੈਂਸ ਆਫ ਗਵਰਨਮੈਂਟ ਰੈਗੂਲੇਸ਼ਨਸ। ਨਾ ਅਗਰ ਕੋਈ ਬਿਜ਼ਨਸ ਆਪਣੀ ਸੋਸ਼ਲ ਰਿਸਪੌਂਸਿਬਿਲਿਟੀ ਫੁਲਫਿਲ ਕਰ ਰਿਹਾ ਆ ਤੇ ਓਬਵੀਅਸ ਦੀ ਗੱਲ ਆ ਕਿ ਗਵਰਨਮੈਂਟ ਜਿਹੜੇ ਆ ਉਹਨਾਂ ਦੇ ਬਿਜ਼ਨਸ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ। Businessmen should voluntarily assume social responsibility so that they can avoid government regulation। ਜਿੱਦਾਂ ਕਿ ਹੁਣ ਅਗਰ ਬਿਜ਼ਨਸ ਜਾਂ ਕੋਈ ਵੀ ਇੱਕ ਇੰਡਸਟਰੀ ਸੋਚ ਰਹੀ ਆ ਕਿ ਅਗਰ ਮੈਂ ਆਪਣੀ ਇੰਡਸਟਰੀ ਇੱਥੇ ਮਤਲਬ ਜਿਹੜੀ ਵੀ ਲੋਕੈਲਿਟੀ ਆ ਉੱਥੇ ਉਹਨੇ ਆਪਣੀ ਫੈਕਟਰੀ ਜਿਹੜੀ ਆ ਇਸਟੈਬਲਿਸ਼ ਕੀਤੀ ਹੋਈ ਆ ਅਤੇ ਉਹਦੇ ਕਰਕੇ ਸੁਸਾਇਟੀ ਨੂੰ ਕੋਈ ਨਾ ਕੋਈ ਪੋਲਿਊਸ਼ਨ ਫੇਸ ਕਰਨਾ ਪੈ ਰਿਹਾ, ਅਤੇ ਬਿਜ਼ਨਸਮੈਨ ਨੂੰ ਜਾਂ ਇੰਡਸਟਰੀ ਨੂੰ ਆਪਣੇ ਆਪ ਹੀ ਸੋਚ ਲੈਣਾ ਚਾਹੀਦਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਸ ਪੋਲਿਊਸ਼ਨ ਨੂੰ ਰਿਡਿਊਸ ਕਰ ਸਕਦੇ ਹਾਂ। ਅਤੇ ਜਦੋਂ ਬਿਜ਼ਨਸ ਆਪਣੇ ਆਪ ਸੋਚੇਗਾ ਦੈਨ ਓਬਵੀਅਸਲੀ ਗਵਰਨਮੈਂਟ ਉਹਨਾਂ ਦੇ ਮੈਟਰ ਦੇ ਵਿੱਚ ਇੰਟਰਫੇਅਰ ਨਹੀਂ ਕਰੇਗੀ। ਮੇਨਟੇਨੈਂਸ ਆਫ ਸੁਸਾਇਟੀ। If the people feel that they are not getting their due from the business, they will not support such business organization। Means ਅਗਰ ਕੋਈ ਆਰਗੇਨਾਈਜੇਸ਼ਨ ਸੋਸਾਇਟੀ ਨੂੰ ਅਵੋਇਡ ਕਰਦੀ ਹੈ, ਸੋਸਾਇਟੀ ਵੱਲ ਧਿਆਨ ਨਹੀਂ ਦਿੰਦੀ ਆ, ਦੈਨ ਸੋਸਾਇਟੀ ਵੀ ਉਸ ਬਿਜ਼ਨਸ ਦੇ ਨਾਲ ਜਿਹੜਾ ਹੈ ਕੋਆਪਰੇਟ ਨਹੀਂ ਕਰਦੀ ਆ, ਠੀਕ ਹੈ ਨਾ। ਇਸ ਕਰਕੇ ਬੈਟਰ ਇਹੀ ਹੈ ਕਿ ਆਪਾਂ ਸੋਸਾਇਟੀ ਦੇ ਮੇਨਟੇਨੈਂਸ ਦੇ ਲਈ ਆਪਣੇ ਆਪ ਦੀ ਸਰਵਿਸਿਜ਼ ਜਿਹੜੀਆਂ ਰੈਂਡਰ ਕਰੀਏ ਤਾਂ ਕਿ ਸੋਸਾਇਟੀ ਸਾਡੇ ਨਾਲ ਕੋਆਪਰੇਟ ਕਰੇ। ਅਵੇਲੇਬਿਲਿਟੀ ਆਫ ਰਿਸੋਰਸਿਸ ਵਿਦ ਬਿਜ਼ਨਸ। ਨਾਓ ਕਿਉਂ ਸੋਸ਼ਲ ਰਿਸਪੌਂਸਿਬਿਲਿਟੀ ਤਾਂ ਫੁਲਫਿਲ ਕਰਨੀ ਪੈਂਦੀ ਹੈ ਤਾਂ ਕਿ ਬਿਜ਼ਨਸ ਦੇ ਕੋਲ ਰਿਸੋਰਸਿਸ ਹਮੇਸ਼ਾ ਹੀ ਅਵੇਲੇਬਲ ਰਹਿਣ। ਨਾਓ ਰਿਸੋਰਸਿਸ ਕਈ ਤਰ੍ਹਾਂ ਦੇ ਹੁੰਦੇ ਆ, ਜਿਨ੍ਹਾਂ ਵਿੱਚੋਂ ਇੱਕ ਆਪਾਂ ਇੱਕ ਤਾਂ ਪ੍ਰੋਡਕਟ ਤੁਸੀਂ ਕਹਿ ਸਕਦੇ ਹੋ ਸੋਰਸ ਜਿਹਦੇ ਥਰੂ ਆਪਾਂ ਪ੍ਰੋਡਕਸ਼ਨ ਕਰਦੇ ਹਾਂ, ਅਤੇ ਇੱਕ ਫਾਰਮ ਆ ਮੈਨੇਜੀਰੀਅਲ ਟੈਲੈਂਟ ਦਾ। ਮੀਨਸ ਕਿ ਕਿਸੇ ਵੀ ਪਰਸਨ ਦੇ ਵਿੱਚ ਜਿਹੜਾ ਟੈਲੈਂਟ ਹੁੰਦਾ ਨਾ ਉਹਨੂੰ ਆਪਾਂ ਮੈਨੇਜੀਰੀਅਲ ਟੈਲੈਂਟ ਬੋਲਦੇ ਹਾਂ। ਅਤੇ ਇੱਕ ਫਾਈਨੈਂਸ਼ੀਅਲ ਰਿਸੋਰਸ ਹੋ ਗਿਆ ਮੀਨਸ ਕਿ ਮਨੀ। ਅਤੇ ਇਹ ਦੋਵੇਂ ਚੀਜ਼ਾਂ ਦਾ ਹੀ ਜ਼ਰੂਰਤ ਆ ਆਪਣੇ ਬਿਜ਼ਨਸ ਦੇ ਵਿੱਚ ਵੱਧ ਤੋਂ ਵੱਧ, ਮਤਲਬ ਹਾਇਰ ਪ੍ਰੋਫਿਟ ਅਗਰ ਆਪਾਂ ਅਰਨ ਕਰਨਾ ਚਾਹੁੰਦੇ ਹਾਂ। ਸੋ ਸੁਸਾਇਟੀ ਦੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਸਾਨੂੰ ਇਹ ਰਿਸੋਰਸਿਸ ਦੀ ਜ਼ਰੂਰਤ ਪਏਗੀ। ਜਦੋਂ ਵੀ ਬਿਜ਼ਨਸ ਨੂੰ ਲੱਗੇਗਾ ਕਿ ਹਾਂ
ਮੇਰੇ ਕੋਲ ਸਕੇਅਰਸਿਟੀ ਹੋ ਗਈ ਰਿਸੋਰਸਿਸ ਦੀ, ਤੇ ਮੈਂ ਸੁਸਾਇਟੀ ਦੀ ਹੈਲਪ ਕਰਨਾ ਚਾਹੁੰਦਾ ਆ, ਜਾਂ ਮੇਰੀ ਇਹ ਸਰਵਿਸਿਜ਼ ਰੈਂਡਰ ਹੋਣੀ ਚਾਹੀਦੀ ਆ, ਮੈਨੂੰ ਵੱਧ ਤੋਂ ਵੱਧ ਪ੍ਰੋਫਿਟ ਹੋਣਾ ਚਾਹੀਦਾ ਆ। ਸੋ ਅਗਰ ਬਿਜ਼ਨਸ ਕਾਰਪੋਰੇਟ ਕਰ ਰਿਹਾ ਦੈਨ ਹੀ ਉਹਦੇ ਕੋਲ ਰਿਸੋਰਸਿਸ ਅਵੇਲੇਬਲ ਹੁੰਦੇ ਆ। ਕਨਵਰਟਿੰਗ ਦ ਪ੍ਰੋਬਲਮ ਇਨਟੂ ਦੀ ਓਪਰਚੁਨਿਟੀਜ਼। ਨਾਓ ਸੋਸ਼ਲ ਰਿਸਪੋਂਸਿਬਿਲਿਟੀ ਕਿਉਂ ਫੁਲਫਿਲ ਕਰਨੀ ਪੈਂਦੀ ਆ? ਤਾਂ ਕਿ ਉਹ ਆਪਣੀ ਪ੍ਰੋਬਲਮਸ ਨੂੰ ਓਪਰਚੁਨਿਟੀਜ਼ ਦੇ ਵਿੱਚ ਕਨਵਰਟ ਕਰ ਲੈਣ। ਬਿਜ਼ਨਸ ਇਜ਼ ਆਲਵੇਜ਼ ਲੁਕਿੰਗ ਫॉर ਕਨਵਰਟਿੰਗ ਰਿਸਕੀ ਸੋਲਿਊਸ਼ਨਸ ਟੂ ਓਪਰਚੁਨਿਟੀਜ਼, ਕਿਉਂਕਿ ਦੇਖੋ ਬਿਜ਼ਨਸ ਤੇ ਆਪਣੇ ਆਪ ਦੇ ਵਿੱਚ ਇੱਕ ਰਿਸਕ ਆ। ਅਗਰ ਕਿਸੇ ਨੇ ਬਿਜ਼ਨਸ ਖੋਲ੍ਹਿਆ ਆ, ਬਟ ਅਗਰ ਅਸੀਂ ਸੋਚਦੇ ਹਾਂ ਕਿ ਹਾਂ ਮੈਨੂੰ ਇੱਕ ਓਪਰਚੁਨਿਟੀ ਮਿਲੀ ਆ, ਇੱਕ ਕੁਛ ਵੀ ਕਰਨ ਦਾ ਮਤਲਬ ਕਿ ਇੱਕ ਮੌਕਾ ਮਿਲਿਆ ਆ, ਹੁਣ ਓਬਵੀਅਸਲੀ ਰਿਸਕੀ ਤੇ ਹੈ ਹੀ ਆ, ਇੱਕ ਤਰ੍ਹਾਂ ਦਾ ਪ੍ਰੋਬਲਮ ਵੀ ਹੋ ਸਕਦਾ ਆ, ਬਟ ਅਸੀਂ ਉਹਨੂੰ ਆਪਣੀ ਓਪਰਚੁਨਿਟੀ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਉਹਨੂੰ ਪ੍ਰੋਬਲਮ ਨੂੰ ਫੇਸ ਕਰਕੇ। ਦਿਸ ਕੁਆਲਿਟੀ ਕੈਨ ਬੀ ਯੂਟੀਲਾਈਜ਼ਡ ਫॉर ਸੋਲਵਿੰਗ ਦ ਪ੍ਰੋਬਲਮ ਇਨ ਦੀ ਸੋਸਾਇਟੀ। ਨੈਕਸਟ ਇਜ਼ ਬੈਟਰ ਇਨਵਾਇਰਮੈਂਟ ਫॉर ਡੂਇੰਗ ਬਿਜ਼ਨਸ। ਅਗਰ ਆਪਾਂ ਸੁਸਾਇਟੀ ਦੀ ਵੱਧ ਤੋਂ ਵੱਧ ਹੈਲਪ ਕਰ ਰਹੇ, ਸੁਸਾਇਟੀ ਬਾਰੇ ਸੋਚ ਰਹੇ ਹਾਂ, ਅਤੇ ਸੁਸਾਇਟੀ ਨੂੰ ਸਾਡੇ ਬਿਜ਼ਨਸ ਦੇ ਰਿਗਾਰਡਿੰਗ ਜਿਹੜਾ ਆ ਸ਼ਿਕਾਇਤਾਂ ਘੱਟ ਹੋਣਗੀਆਂ, ਪ੍ਰੋਬਲਮਸ ਘੱਟ ਹੋਣਗੀਆਂ, ਜਿਹਦੇ ਕਰਕੇ ਬਿਜ਼ਨਸ ਦੇ ਪ੍ਰੋਡਕਸ਼ਨ ਲਈ ਬਿਜ਼ਨਸ ਦੇ ਜਿਹੜਾ ਇਨਵਾਇਰਮੈਂਟ ਆ ਉਹ ਆਟੋਮੈਟਿਕਲੀ ਇੰਪਰੂਵ ਹੋ ਜਾਏਗਾ। ਹੋਲਡਿੰਗ ਬਿਜ਼ਨਸ ਰਿਸਪੋਂਸੀਬਲ ਫॉर ਸੋਸ਼ਲ ਪ੍ਰੋਬਲਮ। ਸਮ ਆਫ ਦਾ ਸੋਸ਼ਲ ਪ੍ਰੋਬਲਮ ਜਿੱਦਾਂ ਕਿ ਪੋਲਿਊਸ਼ਨ ਆ, ਅਨਸੇਫ ਵਰਕ ਇਨਵਾਇਰਮੈਂਟ ਆ, ਡਿਸਕ੍ਰਿਮੀਨੇਸ਼ਨ ਇਨ ਦੀ ਇੰਪਲੋਇਮੈਂਟ, ਮਤਲਬ ਕਿ ਇੰਪਲੋਇਮੈਂਟ ਕਿਸੇ ਨੂੰ ਜੋਬ ਦਿੰਦੇ ਵੇਲੇ ਆਪਾਂ ਕੋਈ ਮਤਲਬ ਕਿ ਕੋਈ ਡਿਫਰੈਂਸਿਸ ਕਰਦੇ ਹਾਂ, ਭੇਦਭਾਵ ਕਰਦੇ ਹਾਂ, ਸੋ ਆਰ ਕ੍ਰੀਏਟਿਡ ਬਾਏ ਦ ਬਿਜ਼ਨਸ ਐਂਟਰਪ੍ਰਾਈਜ਼ ਦੈਮਸੈਲਫ। ਅਤੇ ਇਹ ਬਿਜ਼ਨਸ ਕੀ ਕਰਦੇ ਆ, ਖੁਦ ਹੀ ਆਪਣੇ ਆਪ ਹੀ ਕ੍ਰੀਏਟ ਕਰਦੇ ਆ, ਸੋ ਦੈਟ ਇਟ ਇਜ਼ ਦੇਅਰ ਮੋਰਲ ਓਬਲੀਗੇਸ਼ਨ ਟੂ ਸੋਲਵ ਦੈਮ। ਅਤੇ ਇਹ ਉਹਨਾਂ 'ਤੇ ਡਿਪੈਂਡ ਕਰਦਾ ਹੈ ਕਿ ਉਹ ਸਿਚੁਏਸ਼ਨ ਨੂੰ ਜਿੰਨਾ ਮਰਜ਼ੀ ਚਾਹੁਣ ਓਨਾ ਰਿਡਿਊਸ ਕਰ ਸਕਦੇ ਆ, ਅਤੇ ਰਿਡਿਊਸ ਕਰਕੇ ਜਿਹੜਾ ਆ ਆਪਣੇ ਬਿਜ਼ਨਸ ਨੂੰ ਸਕਸੈਸਫੁਲੀ ਰਨ ਕਰ ਸਕਦੇ ਆ। ਸੋ ਬਿਜ਼ਨਸ ਇਟਸੈਲਫ ਇਜ਼ ਰਿਸਪੋਂਸੀਬਲ ਫॉर all these problems. So these are the reasons why the businessman should follow the social responsibilities. I hope it is clear to everyone. If there is any type of query, then you may ask me. Thanks and have a nice day.